ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜਾ ਆਪਣਾ ਆਇਲਸ ਵਾਲਾ ਸੀਜ਼ਨ 2 ਚੱਲ ਰਿਹਾ ਹੈ, ਅੱਜ ਉਹਦਾ 13ਵਾਂ ਦਿਨ ਆ ਗਿਆ। ਤੇ ਅੱਜ ਜਿਹੜਾ ਆਪਾਂ ਟੌਪਿਕ ਕਰਨਾ ਉਹ ਹੈ ਰਾਈਟਿੰਗ ਟਾਸਕ 2 ਦੀ ਇੰਟਰੋਡਕਸ਼ਨ ਤੇ ਕਨਕਲੂਜਨ। ਇਹਦੇ 'ਚ ਸਾਨੂੰ ਬੜੀਆਂ ਅਲੱਗ-ਅਲੱਗ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਬੜੇ ਹੀ ਸਾਡੇ ਦਿਮਾਗ 'ਚ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਵੀ ਐਂ ਕਰਨਾ, ਐਂ ਨਹੀਂ ਕਰਨਾ, ਐਂ ਕਰਨਾ। ਤੇ ਅੱਜ ਦੀ ਵੀਡੀਓ 'ਚ ਆਪਾਂ ਇਹੀ ਵਹਿਮ ਦੂਰ ਕਰਨੇ ਨੇ। ਜਿੰਨੀਆਂ ਵੀ ਸਾਡੀਆਂ ਕਨਫਿਊਜ਼ਨਸ ਨੇ, ਸਾਡੇ ਡਾਊਟਸ ਨੇ ਜਾਂ ਸਾਡੇ ਵਹਿਮ ਨੇ, ਉਹ ਅੱਜ ਸਾਰੇ ਦੂਰ ਹੋ ਜਾਣੇ ਆ। ਤੇ ਜੇ ਫੇਰ ਵੀ ਕੋਈ ਇੱਕ ਅੱਧਾ ਵਹਿਮ ਰਹਿ ਗਿਆ ਨਾ, ਫਿਰ ਤਾਂ ਚਾਹੇ ਉਹਨੂੰ PGI ਲੈ ਜਾਓ, ਉਹਦਾ ਇਲਾਜ ਹੀ ਕੋਈ ਨਹੀਂ। ਤੇ ਇਸ ਕਰਕੇ ਆਪਾਂ ਅੱਜ ਸਾਰਿਆਂ ਨੇ ਆਪਣੇ ਵਹਿਮ ਦੂਰ ਕਰ ਲੈਣੇ ਨੇ। ਸਭ ਤੋਂ ਪਹਿਲਾ ਪ੍ਰਸ਼ਨ ਦੇਖੋ। ਪ੍ਰਸ਼ਨ ਆਪਣੇ ਕੋਲੇ ਸਮ ਪੀਪਲ ਥਿੰਕ ਇਟਸ ਬੈਟਰ ਟੂ ਚੂਜ਼ ਫਰੈਂਡਸ ਹੂ ਆਲਵੇਜ਼ ਹੈਵ ਦਾ ਸੇਮ ਓਪੀਨੀਅਨਸ ਐਜ਼ ਦੈਮ। ਕਹਿੰਦੇ ਕੁਝ ਲੋਕ ਸੋਚਦੇ ਨੇ ਵੀ ਇਹ ਜ਼ਿਆਦਾ ਬਿਹਤਰ ਆ ਕਿ ਆਪਾਂ ਇਹੋ ਜਿਹੇ ਦੋਸਤ ਚੂਜ਼ ਕਰੀਏ ਜਿਨ੍ਹਾਂ ਦਾ ਸਾਡੇ ਵਰਗਾ ਓਪੀਨੀਅਨ ਆ, ਵੀ ਸਾਡੇ ਵਰਗੇ ਵਿਚਾਰ ਨੇ, ਐਂ ਕਹਿ ਲਓ ਵੀ ਸਾਡੇ ਨਾਲ ਮਿਲਦੇ ਜੁਲਦੇ ਵਿਚਾਰ ਨੇ। ਅਦਰ ਪੀਪਲ ਬਲੀਵ ਇਟਸ ਗੁੱਡ ਟੂ ਹੈਵ ਫਰੈਂਡਸ ਹੂ ਸਮਟਾਈਮਸ ਡਿਸਐਗਰੀ ਵਿਦ ਦੈਮ। ਤੇ ਕੁਝ ਹੋਰ ਲੋਕ ਇਹ ਸੋਚਦੇ ਨੇ ਵੀ ਚੰਗਾ ਇਹ ਆ ਵੀ ਸਾਡੇ ਦੋਸਤ ਉਹ ਹੋਣ ਵੀ ਜਿਹੜੇ ਕਦੇ ਕਦੇ ਸਾਡੇ ਨਾਲ ਡਿਸਐਗਰੀ ਵੀ ਹੋ ਜਾਣ, ਮਤਲਬ ਜੋ ਸਾਡੇ ਵਿਚਾਰ ਨੇ ਉਹ ਤੋਂ ਉਲਟ ਵੀ ਹੋ ਜਾਣ, ਉਹਨਾਂ ਨਾਲ ਨਾ ਸਹਿਮਤ ਹੋਣ। ਡਿਸਕਸ ਬੋਥ ਦੀਜ਼ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਉਹ ਕਹਿੰਦੇ ਜਿਹੜੀਆਂ ਇਹ ਦੋਨੇ ਗੱਲਾਂ ਨੇ ਇਹ 'ਤੇ ਵਿਚਾਰ ਵਟਾਂਦਰਾ ਕਰੋ, ਇਹ 'ਤੇ ਚਰਚਾ ਕਰੋ ਤੇ ਆਪ ਦਾ ਵਿਚਾਰ ਵੀ ਦਿਓ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਪ੍ਰਸ਼ਨ ਸਾਨੂੰ ਸਾਰਾ ਸਮਝ ਆ ਗਿਆ। ਪਹਿਲਾ ਕੰਮ ਤਾਂ ਇਹੀ ਕਰਨਾ ਵੀ ਅਸੀਂ ਸਾਰਾ ਪ੍ਰਸ਼ਨ ਸਮਝ ਲਈਏ, ਉਹ ਤੋਂ ਬਾਅਦ ਆਪਾਂ ਲਿਖਣਾ ਸ਼ੁਰੂ ਕਰਦੇ ਹੁੰਦੇ ਆ। ਹੁਣ ਅਸੀਂ ਪ੍ਰਸ਼ਨ ਸਾਰਾ ਸਮਝ ਲਿਆ ਤੇ ਅਗਲੀ ਗੱਲ ਇਹ ਆ ਵੀ ਜਿਹੜਾ ਆਪਾਂ ਇਹ ਪ੍ਰਸ਼ਨ ਲਿਆ ਗਾ, ਇਹ ਕੈਂਬਰਿਜ ਇੰਗਲਿਸ਼ ਵੱਲੋਂ ਜੋ ਆਇਲਸ ਦੀ ਬੁੱਕ ਜਾਰੀ ਕੀਤੀ ਜਾਂਦੀ ਹੈ, ਇੱਕ ਆਫੀਸ਼ੀਅਲੀ ਬੁੱਕ ਜਾਰੀ ਕਰਦੇ ਨੇ ਉਹ, ਜਿਹੜੀ ਆਇਲਸ ਦੀ ਤਿਆਰੀ ਲਈ ਹੁੰਦੀ ਆ। ਤੇ ਉਹਦੇ 'ਚ ਇਹ ਦਿੱਤਾ ਹੋਇਆ ਸੀ, ਉਹਨਾਂ ਨੇ ਪ੍ਰਸ਼ਨ ਵੀ ਦਿੱਤਾ ਸੀ ਤੇ ਨਾਲ ਉਹਨਾਂ ਨੇ ਇੱਕ ਕੈਂਡੀਡੇਟ ਵੱਲੋਂ ਜੋ ਇਹਦਾ ਉੱਤਰ ਦਿੱਤਾ ਸੀਗਾ ਉਹ ਵੀ ਲਿਖਿਆ ਹੋਇਆ ਸੀ ਨਾਲ। ਇਹ ਆਪਾਂ ਹੋਰ ਕਿਤੋਂ ਨੈੱਟ ਤੋਂ ਨਹੀਂ ਲੈ ਕੇ ਆਏ, ਇਹ ਕੈਂਬਰਿਜ ਵੱਲੋਂ ਜੋ ਕਿਤਾਬ ਜਾਰੀ ਹੁੰਦੀ ਆ, ਆਫੀਸ਼ੀਅਲ ਬੁੱਕ ਆ ਜਿਹੜੀ ਆਇਲਸ ਦੀ ਪ੍ਰੈਪਰੇਸ਼ਨ ਲਈ, ਉਹਦੇ 'ਚ ਦਿੱਤਾ ਹੋਇਆ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਇਲਸ ਦਾ ਪੇਪਰ ਕੈਂਬਰਿਜ ਵੱਲੋਂ ਹੀ ਕਰਵਾਇਆ ਜਾਂਦਾ। ਹੁਣ ਇਹ ਉਹਨਾਂ ਨੇ ਕਿਤਾਬ ਜਾਰੀ ਕਰੀ ਹੋਈ ਆ, ਉਹਦੇ 'ਚ ਉਹਨਾਂ ਨੇ ਦਿੱਤਾ ਹੋਇਆ। ਤੇ ਅੱਗੇ ਆਪਾਂ ਦੇਖਦੇ ਹਾਂ ਉੱਤਰ। ਇਹ ਉੱਤਰ ਸੱਚੀ ਮਿੱਚੀ 'ਚ ਕਿਸੇ ਨੇ ਲਿਖਿਆ ਸੀ, ਕਿਸੇ ਕੈਂਡੀਡੇਟ ਨੇ, ਤੇ ਉਹਦੇ 8 ਬੈਂਡਸ ਆਏ ਸੀ। ਇਸ ਪ੍ਰਸ਼ਨ ਦੇ ਉੱਤਰ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਪ੍ਰਸ਼ਨ ਆਪਾਂ ਹੁਣ ਪੜ੍ਹਿਆ। ਲਓ ਜੀ, ਆਪਾਂ ਉੱਤਰ ਸ਼ੁਰੂ ਕਰਦੇ ਹਾਂ। ਦੇਖੋ, ਦਿਸ ਇਜ਼ ਐਨ ਆਨਸਰ ਰਿਟਨ ਬਾਈ ਅ ਕੈਂਡੀਡੇਟ ਹੂ ਅਚੀਵਡ ਅ ਬੈਂਡ 8 ਸਕੋਰ। 8 ਬੈਂਡਸ ਆਏ ਸੀ ਉਹਦੇ, ਜਿਹਨੇ ਇਹ ਉੱਤਰ ਲਿਖਿਆ ਸੀ। ਆਪਣਾ ਅੱਜ ਦਾ ਮੇਨ ਮਕਸਦ ਇਹ ਆ ਵੀ ਆਪਾਂ ਇੰਟਰੋ ਤੇ ਕਨਕਲੂਜਨ ਦੇਖਣਾ, ਤਾਂ ਹੀ ਆਪਾਂ ਬਾਕੀ ਹੋਰ ਸਾਰਾ ਵਿੱਚੋਂ ਕੱਟਤਾ, ਆਪਾਂ ਇਕੱਲੀ ਇੰਟਰੋ ਰੱਖਦੀ। ਹੁਣ ਦੇਖਦੇ ਹਾਂ ਵੀ ਇੰਟਰੋ ਵਾਲੇ ਪੈਰਾਗ੍ਰਾਫ 'ਚ ਕੀ ਲਿਖਿਆ ਇਹਨੇ, ਵੀ ਇਹਦੇ 8 ਬੈਂਡਸ ਆਏ। ਸਮ ਆਫ ਦਾ ਪੀਪਲ ਬਲੀਵ ਦੈਟ ਫਰੈਂਡਸ ਵਿਦ ਐਗਜ਼ੈਕਟਲੀ ਦਾ ਸੇਮ ਓਪੀਨੀਅਨਸ ਔਨ ਡਿਫਰੈਂਟ ਟੌਪਿਕਸ ਆਰ ਬੈਟਰ ਦੈਨ ਦਾ ਵਨਸ ਦੈਟ ਕੈਨ ਆਰਗਿਊ ਵਿਦ ਦੈਮ। ਹੁਣ ਉਹਨੇ ਦੇਖੋ ਸਿੱਧੀ ਇੱਕ ਸਿੰਗਲ ਲਾਈਨ ਲਿਖਤੀ ਹੈ ਨਾ, ਕਹਿੰਦਾ ਕੁਝ ਲੋਕ ਸੋਚਦੇ ਨੇ ਵੀ ਜਿਹੜੇ ਦੋਸਤਾਂ ਦਾ ਐਗਜ਼ੈਕਟਲੀ ਸੇਮ ਓਪੀਨੀਅਨ ਹੁੰਦਾ ਅਲੱਗ-ਅਲੱਗ ਵਿਸ਼ਿਆਂ 'ਤੇ, ਉਹ ਜ਼ਿਆਦਾ ਵਧੀਆ ਨੇ ਉਹਨਾਂ ਨਾਲੋਂ ਜਿਹੜੇ ਕਿ ਬਹਿਸ ਕਰਦੇ ਨੇ, ਜਾਂ ਜਿਨ੍ਹਾਂ ਦਾ ਓਪੀਨੀਅਨ ਅੱਡ ਹੁੰਦਾ ਸਾਡੇ ਨਾਲੋਂ ਤੇ ਉਹ ਸਾਡੇ ਨਾਲ ਬਹਿਸ ਕਰਦੇ ਨੇ, ਆਰਗਿਊ, ਹੈ ਨਾ। ਹੁਣ ਇਹ ਸੀ ਇਹਦੀ 8 ਬੈਂਡ ਵਾਲੇ ਦੀ ਇੰਟਰੋ। ਤੇ ਤੁਸੀਂ ਸਾਰੇ ਜਾਣੇ ਇਹ ਇੰਟਰੋ ਪੜ੍ਹਨ ਤੋਂ ਬਾਅਦ ਇਹ ਕਹਿ ਰਹੇ ਹੋਵੋਗੇ ਵੀ ਇਹਨੂੰ ਤਾਂ ਮੈਂ 4 ਬੈਂਡ ਨਾ ਦੇਵਾਂ, ਇਹ 8 ਕਿੱਧਰੋਂ ਲੈ ਗਿਆ। ਇਹ ਆਈ ਹੁੰਦਾ, ਜਿੰਨੇ ਵੀ ਆਪਣੇ ਮਨ 'ਚ ਵਹਿਮ ਨੇ, ਕਨਫਿਊਜ਼ਨਸ ਨੇ, ਡਾਊਟਸ ਨੇ, ਉਹ ਦੂਰ ਕਰ ਲਓ। ਆਪਾਂ ਕੋਈ ਪਤਾ ਨਹੀਂ ਬਾਹਲਾ ਐਡਾ ਲੰਮਾ ਚੌੜਾ ਕੰਮ ਨਹੀਂ ਕਰਨਾ ਹੁੰਦਾ। ਇਹ ਸਾਡੇ 'ਤੇ ਡਿਪੈਂਡ ਆ ਵੀ ਅਸੀਂ ਆਪਣੇ ਵਿਚਾਰ ਪੇਸ਼ ਕਿਵੇਂ ਕਰਦੇ ਹਾਂ ਸਾਰੀ ਰਾਈਟਿੰਗ 'ਚ। ਉਹਨੇ ਇਹ ਇੰਟਰੋ ਲਿਖਤੀ, ਫੇਰ ਵੀ ਉਹਦੇ 8 ਬੈਂਡਸ ਆਏ ਆ। ਇਹ ਨਾ ਸੋਚੀ ਜਾਇਓ ਵੀ ਜੇ ਅਸੀਂ ਬੜੀ ਤਕੜੀ ਇੰਟਰੋ ਲਿਖਾਂਗੇ ਪਤਾ ਨਹੀਂ ਸਾਡੇ ਫੇਰ ਹੀ ਬੈਂਡਸ ਵੱਧ ਆਉਂਦੇ ਆ। ਇਹ ਆਪਣਾ ਪਰਪਸ ਇਹੀ ਆ ਵੀ ਤੁਹਾਨੂੰ ਚੀਜ਼ਾਂ ਕਲੀਅਰ ਹੋ ਜਾਣ, ਤੁਹਾਨੂੰ ਪਤਾ ਲੱਗੇ। ਹੁਣ ਇਹ ਵੀ ਨਹੀਂ ਹੈਗਾ ਵੀ ਇਹਦੇ ਵਾਂਗੂ ਆਪਾਂ ਵੀ ਉੱਥੇ ਇੱਕ ਲਾਈਨ ਹੀ ਲਿਖੀ ਜਾਈਏ, ਆਪਾਂ ਆਪਦੇ ਹਿਸਾਬ ਨਾਲ ਲਿਖਣੀ ਆ ਜਿਵੇਂ ਸਾਨੂੰ ਲੱਗਦਾ, ਕਿਉਂਕਿ ਅਸੀਂ ਕੋਸ਼ਿਸ਼ ਕਰਨੀ ਆ ਆਪਦੇ ਵਿਚਾਰ ਦੇਣ ਦੀ। ਅਸੀਂ ਕੋਸ਼ਿਸ਼ ਕਰਨੀ ਆ ਵੀ ਅਸੀਂ ਆਪਦੀ ਰਾਈਟਿੰਗ ਪੂਰੀ ਵਧੀਆ ਆਪਦੇ ਵੱਲੋਂ ਬਣਾ ਸਕੀਏ। ਬਸ ਮੇਨ ਪੰਗਾ ਇਹ ਹੁੰਦਾ ਵੀ ਸਾਡੇ ਦਿਮਾਗ 'ਚ ਇੱਕ ਵਹਿਮ ਜਾਂ ਭਾਰੂ ਪਿਆ ਰਹਿੰਦਾ ਵੀ ਪਤਾ ਨਹੀਂ ਕੀ ਲਿਖਣਾ। ਖੁੱਲ੍ਹ ਕੇ ਲਿਖੋ, ਕੁਛ ਮਰਜ਼ੀ ਲਿਖੋ, ਤੇ ਉਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖੋ
ਜਿਨ੍ਹਾਂ ਦੇ ਆਧਾਰ ਤੇ ਸਾਨੂੰ ਬੈਂਡਸ ਮਿਲਦੇ ਨੇ। ਉਹ ਆਪਾਂ ਇੱਕ ਵੀਡੀਓ 'ਚ ਸਪੈਸ਼ਲ ਕਰਿਆ ਹੋਇਆ ਵੀ ਰਾਈਟਿੰਗ ਦੇ ਬੈਂਡਸ ਸਾਨੂੰ ਕਿਵੇਂ ਮਿਲਦੇ ਨੇ। ਉਹ 4 ਚੀਜ਼ਾਂ ਹੁੰਦੀਆਂ ਨੇ ਜਿਹਦੇ ਸਾਨੂੰ ਬੈਂਡਸ ਮਿਲਦੇ ਨੇ, ਉਹ ਜ਼ਰੂਰ ਦੇਖ ਲਿਓ। ਅੱਗੇ ਚਲੋ, ਇਹਦਾ ਪੈਰਾਗ੍ਰਾਫ ਸਟਾਰਟ ਹੋ ਗਿਆ ਸੀ, ਉਹ ਛੱਡੋ। ਆਪਣਾ ਫੋਕਸ ਆ ਸਿਰਫ ਇੰਟਰੋ ਤੇ ਕਨਕਲੂਜਨ ਤੇ। ਹੁਣ ਆਪਾਂ ਇਹਦਾ ਕਨਕਲੂਜਨ ਦੇਖ ਲੈਂਦੇ ਆ। ਇਹ ਕਹਿੰਦਾ, ਇਨ ਕਨਕਲੂਜਨ ਆਈ ਵੁੱਡ ਲਾਈਕ ਟੂ ਸੇ ਦੈਟ ਇਟ ਇਜ਼ ਗੁੱਡ ਟੂ ਹੈਵ ਡਿਫਰੈਂਟ ਵਿਊਜ਼ ਔਨ ਸੇਮ ਟੌਪਿਕਸ ਔਰ ਪ੍ਰੋਬਲਮਸ। What you should be loyal to the opinion of your friend. Everyone should appreciate their friendship and shouldn't let stupid arguments ruin it. ਹੁਣ ਉਹ ਕਹਿੰਦਾ ਇਹ ਬਹੁਤ ਵਧੀਆ ਗੱਲ ਆ ਵੀ ਅਸੀਂ ਸੇਮ ਟੌਪਿਕਸ ਤੇ ਅਲੱਗ-ਅਲੱਗ ਵਿਊਜ਼ ਰੱਖੀਏ, ਅਲੱਗ-ਅਲੱਗ ਸਾਡੇ ਵਿਚਾਰ ਹੋਣ। ਪਰ ਉਹ ਕਹਿੰਦਾ ਵੀ ਜਿਹੜੇ ਸਾਡੇ ਦੋਸਤ ਦੇ ਵਿਚਾਰ ਹੁੰਦੇ ਆ, ਅਸੀਂ ਉਹਨਾਂ ਦੀ ਵੀ ਰਿਸਪੈਕਟ ਕਰਨੀ ਆ। ਤੇ ਆਪਾਂ ਨੂੰ ਮੂਰਖ ਦਲੀਲਾਂ ਜਾਂ ਬੇਵਕੂਫ ਦਲੀਲਾਂ ਕਹਿ ਲਓ, ਇਹ ਮੂਰਖ ਜੀਆਂ ਦਲੀਲਾਂ ਦੇ ਕੇ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ। ਲਓ ਜੀ, ਇਹ 8 ਬੈਂਡਸ ਵਾਲੀ ਇੰਟਰੋ ਤੇ 8 ਬੈਂਡਸ ਵਾਲਾ ਕਨਕਲੂਜਨ ਆਪਾਂ ਪੜ੍ਹ ਲਿਆ। ਇਹ ਸਾਰਿਆਂ ਨੂੰ ਪੜ੍ਹ ਕੇ ਇੱਕ ਤਾਂ ਤੁਹਾਨੂੰ ਇਹ ਚੀਜ਼ ਪਤਾ ਲੱਗੀ ਹੋਊਗੀ ਵੀ ਸਾਨੂੰ ਇਹਦੇ 'ਚ ਕੋਈ ਵੱਡਾ ਔਖਾ ਭਾਰਾ ਸ਼ਬਦ ਨਜ਼ਰ ਹੀ ਨਹੀਂ ਆਇਆ, ਤੇ ਇਹਦੇ 'ਚ ਸਾਨੂੰ ਕੋਈ ਇਹੋ ਜਿਹਾ ਸ਼ਬਦ ਵੀ ਨਹੀਂ ਨਜ਼ਰ ਆਇਆ, ਕੋਈ ਕਹਿ ਲਓ ਇਹੋ ਜਿਹੀ ਲਾਈਨ ਨਹੀਂ ਨਜ਼ਰ ਆਈ ਵੀ ਜਿਹਦੇ ਅਸੀਂ ਰੱਟੇ ਲਾਉਣੇ ਹੁੰਦੇ ਆ ਵੀ ਆਹ ਲਾਈਨ ਅਸੀਂ ਇੰਟਰੋ 'ਚ ਲਿਖਣੀ ਆ, ਆਹ ਲਾਈਨ ਅਸੀਂ ਕਨਕਲੂਜਨ 'ਚ ਲਿਖਣੀ ਆ। ਇਹ ਆਪਾਂ ਐਵੇਂ ਚੀਜ਼ਾਂ ਮੈਮੋਰਾਈਜ਼ ਕਰਕੇ ਉੱਥੇ ਨਹੀਂ ਲਿਖਣੀਆਂ ਹੁੰਦੀਆਂ। ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰੋ ਬਸ। ਤੇ ਨਾਲ ਆਪਾਂ ਉਹ ਗੱਲ ਰਿਪੀਟ ਕਰਦੇ ਹਾਂ, ਜਿਹੜੀਆਂ 4 ਮੇਨ ਗੱਲਾਂ ਹੁੰਦੀਆਂ ਜਿਹਦੇ ਆਧਾਰ ਤੇ ਬੈਂਡਸ ਮਿਲਦੇ ਆ, ਉਹਨਾਂ ਦਾ ਖਿਆਲ ਰੱਖੋ। ਠੀਕ ਹੈ ਜੀ। ਲਓ ਜੀ, ਇਹ ਹੋ ਗਈ ਆਪਣੀ 8 ਬੈਂਡਸ ਵਾਲੀ। ਹੁਣ ਆਪਾਂ ਇੱਕ ਟੌਪਿਕ ਅੱਗੇ ਹੋਰ ਲੈ ਲੈਂਦੇ ਹਾਂ, ਕਿਉਂਕਿ ਅੱਜ ਆਪਾਂ ਇਹੀ ਕਵਰ ਕਰਨਾ, ਤੇ ਜਿੰਨੇ ਸੈਂਪਲ ਤੁਸੀਂ ਦੇਖ ਲਓਗੇ ਤੁਹਾਨੂੰ ਵੱਧ ਕਲੀਅਰ ਹੋਣੀਆਂ ਚੀਜ਼ਾਂ। ਪ੍ਰਸ਼ਨ ਪੜ੍ਹਦੇ ਹਾਂ। Nowadays many people complain that they have difficulties getting enough sleep. ਕਹਿੰਦੇ ਅੱਜ ਕੱਲ੍ਹ ਬਹੁਤ ਲੋਕ ਇਹ ਸ਼ਿਕਾਇਤ ਕਰਦੇ ਆ ਕਿ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਵੀ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ, ਪੂਰੀ ਨੀਂਦ ਲੈਣ 'ਚ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ। What problems can lack of sleep cause? ਹੁਣ ਨੀਂਦ ਪੂਰੀ ਨਹੀਂ ਹੋ ਰਹੀ, ਇਹਦੇ ਕਰਕੇ ਕੀ ਸਮੱਸਿਆਵਾਂ ਹੋ ਸਕਦੀਆਂ। What can be done about lack of sleep? ਤੇ ਕੀ ਅਸੀਂ ਕਰ ਸਕਦੇ ਹਾਂ ਵੀ ਸਾਡੀ ਜਿਹੜੀ ਨੀਂਦ ਆ ਉਹ ਪੂਰੀ ਹੋ ਜਾਇਆ ਕਰੇ, ਨੀਂਦ ਸਾਡੀ ਅਧੂਰੀ ਨਾ ਰਹੇ। ਹੁਣ ਦੇਖੋ, ਜਿਹੜੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਤਾਂ ਆਪਾਂ ਸਾਰੀਆਂ ਕਰਨੀਆਂ ਹੀ ਕਰਨੀਆਂ ਨੇ, ਇਹ ਗੱਲ ਦਾ ਖਿਆਲ ਰੱਖਣਾ। ਤੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਦੇਖੋ, ਦਿਸ ਇਜ਼ ਐਨ ਆਨਸਰ ਰਿਟਨ ਬਾਈ ਅ ਕੈਂਡੀਡੇਟ ਹੂ ਅਚੀਵਡ ਅ ਬੈਂਡ 7 ਸਕੋਰ। ਇਹ ਆਨਸਰ ਜਿਹੜੇ ਬੰਦੇ ਨੇ ਲਿਖਿਆ ਉਹਦੇ 7 ਬੈਂਡਸ ਆਏ ਸੀ। ਹੁਣ ਆਪਾਂ ਪੜ੍ਹਦੇ ਹਾਂ ਉਹਦੀ ਇੰਟਰੋ। ਇਨ ਦਾ ਮਾਡਰਨ ਵਰਲਡ ਇਟ ਇਜ਼ ਆਰਗਿਊਡ ਦੈਟ ਸਲੀਪਿੰਗ ਇਜ਼ ਨਾਟ ਟੇਕਿੰਗ ਸੀਰੀਅਸਲੀ ਐਜ਼ ਬਿਫੋਰ। ਦੇਖੋ, ਉਹਨੇ ਪਹਿਲੀ ਲਾਈਨ 'ਚ ਗਲਤੀ ਕਰਤੀ। ਇਟ ਇਜ਼ ਆਰਗਿਊਡ ਦੈਟ ਸਲੀਪਿੰਗ ਇਜ਼ ਨਾਟ ਟੇਕਨ ਐਜ਼ ਸੀਰੀਅਸਲੀ ਐਜ਼ ਬਿਫੋਰ ਆਉਣਾ ਸੀ। ਇਜ਼ ਨਾਟ ਟੇਕਿੰਗ ਸੀਰੀਅਸਲੀ ਐਜ਼ ਬਿਫੋਰ, ਗਲਤੀ ਹੈ ਨਾ। ਤੁਸੀਂ ਸਾਰੇ ਜਾਣੇ ਪੜ੍ਹੋ, ਤੁਸੀਂ ਕਹੋਗੇ ਵੀ ਹਾਂ ਗਲਤੀ ਤਾਂ ਅਸੀਂ ਵੀ ਫੜ ਲਈ, ਪਰ ਇਹ ਗਲਤੀ ਦੇ ਬਾਵਜੂਦ ਵੀ ਹੋਰ 1-2 ਨਿੱਕੀਆਂ ਗਲਤੀਆਂ ਤੁਹਾਨੂੰ ਮਿਲ ਸਕਦੀਆਂ ਨੇ। ਉਹਦੇ ਫੇਰ ਵੀ 7 ਬੈਂਡਸ ਆਏ ਨੇ। ਚਲੋ ਆਪਾਂ ਅੱਗੇ ਪੜ੍ਹਦੇ ਹਾਂ। ਸਮ ਫੈਕਟਰਸ ਵਿਚ ਇਨਫਲੂਐਂਸ ਦਿਸ ਟ੍ਰੈਂਡ ਕੈਨ ਬੀ ਮੈਨੇਜਡ। This essay will discuss problems caused by lack of sleep and give possible solutions to avoid lack of sleep. ਦੇਖੋ ਉਹਨੇ ਇਹ ਵੀ ਦੱਸਤਾ ਵੀ ਇਹ ਐਸੇ 'ਚ ਕੀ ਹੋਊਗਾ। ਉਹ ਕਹਿੰਦਾ ਅਸੀਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਲੈਕ ਆਫ ਸਲੀਪ ਤੋਂ, ਉਹਨਾਂ ਦੀ ਵੀ ਗੱਲ ਕਰਾਂਗੇ ਤੇ ਸੋਲਿਊਸ਼ਨਸ ਵੀ ਦੇਵਾਂਗੇ, ਵੀ ਆਪਣੀ ਨੀਂਦ ਪੂਰੀ ਹੋ ਜਾਏ ਉਹਦੇ ਲਈ ਆਪਾਂ ਕੀ ਕਰਨਾ। It will outline the inefficiency of human beings as a result of lack of sleep and point at the importance. ਦੇਖੋ ਹੁਣ ਇੱਥੇ ਉਹਨੇ point at the importance ਲਿਖਿਆ, ਇੱਥੇ ਆਓ point out ਦਾ ਇੰਪੋਰਟੈਂਸ। ਇਹ ਮੈਨੂੰ ਲੱਗਦਾ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਹਾਂ ਆਊਟ ਹੀ ਆਉਣਾ ਸੀ। point out the importance to reducing work overload to sleep well as maintaining diet, physical and mental health. Importance to reducing work, ਇੰਪੋਰਟੈਂਸ ਟੂ ਨਹੀਂ ਆਉਣਾ ਸੀ, ਇੱਥੇ ਵੀ ਇੰਪੋਰਟੈਂਸ ਆਫ ਆਉਣਾ ਸੀ। ਇੰਪੋਰਟੈਂਸ ਆਫ ਰਿਡਿਊਸਿੰਗ ਵਰਕ ਓਵਰਲੋਡ ਆਉਣਾ ਸੀ ਨਾ। ਟੂ ਸਲੀਪ ਵੈਲ, ਅੱਗੇ ਚਲੋ ਸਾਰਾ ਠੀਕ ਹੈ। ਲਓ ਜੀ, ਹੁਣ ਆਪਾਂ ਕਨਕਲੂਜਨ ਦੇਖ ਲੈਂਦੇ ਹਾਂ। ਇਨ ਕਨਕਲੂਜਨ ਸਲੀਪਿੰਗ ਇਜ਼ ਇਸੈਂਸ਼ੀਅਲ, ਵਰਕ ਓਵਰਲੋਡਸ ਸ਼ੁੱਡ ਬੀ ਰਿਡਿਊਸਡ ਐਂਡ ਡਾਈਟਿੰਗ ਦੇ ਸਪੈਲਿੰਗ ਵੀ ਗਲਤ ਨੇ, ਦੇਖੋ DI ਨਾ ਆਉਣਾ ਸੀ ਐਜ਼ ਵੈਲ ਐਜ਼ ਫਿਜ਼ੀਕਲ ਹੈਲਥ ਆਰ ਇਨਕਰੇਜਡ। ਗਵਰਨਮੈਂਟਸ ਐਂਡ ਸਟੇਕ ਹੋਲਡਰਸ ਮਸਟ ਪੈਨਲਾਈਜ਼, ਦੇਖੋ ਪੈਨਲਾਈਜ਼ ਦੀ ਸਪੈਲਿੰਗ ਵੀ ਉਹ ਤੋਂ ਗਲਤ ਲਿਖੇ ਗਏ, PER ਲਿਖਤਾ, PER ਨਹੀਂ ਆਉਣਾ ਸੀਗਾ, ਸਿੱਧਾ ਹੀ ਆਉਣਾ ਸੀ, ਆਪਾਂ ਨੂੰ ਪਤਾ ਹੀ ਆ ਤੇ ਪੈਨਲਾਈਜ਼ ਦਾ ਮਤਲਬ ਸਾਨੂੰ ਪਤਾ ਵੀ ਪਨਿਸ਼ਮੈਂਟ ਦੇਣੀ। ਦੋਜ਼ ਹੂ ਵਰਕ ਓਵਰਵਰਕ ਦੈਮਸੈਲਵਸ ਬਾਏ ਮੋਰ ਟੈਕਸ।
ਇਹ ਸੀ 7 ਬੈਂਡਸ ਵਾਲੇ ਦੀ ਕਨਕਲੂਜਨ। ਹੁਣ ਦੇਖੋ ਤੁਸੀਂ ਇੰਟਰੋ ਵੀ ਦੇਖ ਲਈ, ਕਨਕਲੂਜਨ ਵੀ ਦੇਖ ਲਈ, ਨਿੱਕੀਆਂ ਨਿੱਕੀਆਂ ਇਹੋ ਜਿਹੀਆਂ ਗਲਤੀਆਂ ਸੀ, ਤੁਸੀਂ ਵੀ ਫੜੀਆਂ ਹੋਣਗੀਆਂ ਵੀ ਹਨਾ ਆਹ ਗਲਤੀਆਂ ਕਰੀਆਂ ਸੀ। ਪਿਛਲੇ ਨੇ 8 ਬੈਂਡਸ ਵਾਲੇ ਨੇ ਇੰਟਰੋ ਕਿਵੇਂ ਲਿਖੀ ਸੀ, ਇਹਨੇ ਇੰਟਰੋ ਕਿਵੇਂ ਲਿਖੀ ਆ। ਤੇ ਲਓ ਜੀ ਆਪਾਂ 7 ਬੈਂਡਸ ਵਾਲੇ ਦੀ ਇੰਟਰੋ ਵੀ ਦੇਖ ਲਈ ਤੇ 8 ਵਾਲੇ ਦੀ ਵੀ ਦੇਖ ਲਈ। ਤੇ ਅੱਗੇ ਆਪਾਂ ਆਪਣੇ ਅਗਲੇ ਪ੍ਰਸ਼ਨ ਤੇ ਵੱਧਦੇ ਹਾਂ। ਪ੍ਰਸ਼ਨ ਪੜ੍ਹਦੇ ਹਾਂ। ਸਮ ਪੀਪਲ ਫੀਲ ਦੈਟ entertainers, example film stars, pop musicians or sports stars, are paid too much money. Do you agree or disagree? Which other types of job should be highly paid? ਦੇਖੋ ਹੁਣ ਸਾਰਾ ਪ੍ਰਸ਼ਨ ਪੜੋ। ਪਹਿਲਾ ਕੰਮ ਆਪਾਂ ਪਤਾ ਕੀ ਕਰਨਾ, ਪ੍ਰਸ਼ਨ ਨੂੰ ਪੜ੍ਹ ਕੇ ਉਹਦੀ ਚੀਰ ਫਾੜ ਕਰਕੇ ਸਾਰੀਆਂ ਚੀਜ਼ਾਂ ਦਾ ਨੋਟ ਜਿਹਾ ਬਣਾ ਲੈਣਾ ਵੀ ਆਹ ਕਵਰ ਕਰਨਾ। ਹੁਣ ਉਹ ਕਹਿੰਦੇ ਵੀ ਜਿਹੜੇ ਫਿਲਮ ਸਿਤਾਰੇ ਹੁੰਦੇ ਨੇ, ਐਕਟਰ ਹਨਾ, ਤੇ ਮਿਊਜ਼ੀਸ਼ੀਅਨ ਹੁੰਦੇ ਨੇ, ਸਿੰਗਰ ਹੋ ਗਏ ਜਾਂ ਖਿਡਾਰੀ ਹੋ ਗਏ, ਇਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਂਦਾ, ਵੀ ਐਂ ਕਹਿ ਲਓ ਵੀ ਨਜਾਇਜ਼ ਹੀ ਪੈਸਾ ਦਿੱਤਾ ਜਾਂਦਾ। ਕਹਿੰਦੇ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ, ਇਹ ਤੇ ਆਪਾਂ ਦੱਸਣਾ ਉਹਨਾਂ ਨੂੰ। ਤੇ ਉਦੋਂ ਬਾਅਦ ਉਹਨਾਂ ਨੇ ਇਹ ਵੀ ਪੁੱਛਿਆ ਨਾਲ, ਇਹ ਆਪਾਂ ਮਿਸ ਨਹੀਂ ਕਰ ਦੇਣਾ। ਦੇਖੋ ਇੱਕ ਪ੍ਰਸ਼ਨ ਹੋਰ ਪੁੱਛਤਾ ਉਹਨਾਂ ਨੇ, ਵਿਚ ਅਦਰ ਟਾਈਪਸ ਆਫ ਜੌਬ ਸ਼ੁੱਡ ਬੀ ਹਾਈਲੀ ਪੇਡ। ਉਹ ਕਹਿੰਦਾ ਹੋਰ ਕਿਹੜੀਆਂ ਜੌਬਸ ਨੇ ਜਿਨ੍ਹਾਂ ਨੂੰ ਵੀ ਜ਼ਿਆਦਾ ਪੈਸੇ ਦਿੱਤੇ ਜਾਣੇ ਚਾਹੀਦੇ ਆ, ਮਤਲਬ ਹਾਈਲੀ ਪੇਡ ਹੋਣੀਆਂ ਚਾਹੀਦੀਆਂ। ਤੁਸੀਂ ਆਪਣੇ ਵਿਚਾਰ ਦੇਣੇ ਨੇ, ਇਹ ਵੀ ਨੋਟ ਕਰ ਲਓ ਵੀ ਅਸੀਂ ਇਹ ਵੀ ਦੱਸਣਾ। ਅੱਗੇ ਆ ਜਾਓ ਆਪਾਂ ਦੇਖਦੇ ਹਾਂ ਇਹਦਾ ਉੱਤਰ। ਮੋਡਲ ਆਨਸਰ, ਦਿਸ ਮੋਡਲ ਹੈਜ਼ ਬੀਨ ਪ੍ਰੀਪੇਅਰਡ ਬਾਈ ਐਨ ਐਗਜ਼ਾਮੀਨਰ ਐਜ਼ ਐਨ ਐਗਜ਼ਾਮਪਲ ਆਫ ਅ ਵੈਰੀ ਗੁੱਡ ਆਨਸਰ। ਹੁਣ ਇਹ ਉੱਤਰ ਪਤਾ ਕਿਹਨੇ ਲਿਖਿਆ, ਪਹਿਲਾਂ ਵਾਲੇ ਦੋਨੇ ਉੱਤਰ ਤਾਂ ਲਿਖੇ ਹੋਏ ਸੀ ਜਿਨ੍ਹਾਂ ਨੇ ਆਇਲਸ ਦਾ ਪੇਪਰ ਦਿੱਤਾ ਸੀ, ਕੈਂਡੀਡੇਟਸ ਨੇ, ਕਹਿ ਲਓ ਵੀ ਜਿਹੜੇ ਆਪਣੇ ਵਰਗੇ ਸੀ ਉਹਨਾਂ ਨੇ। ਤੇ ਇਹ ਉੱਤਰ ਲਿਖਿਆ ਹੈਗਾ ਚੈਕਰ ਨੇ, ਐਗਜ਼ਾਮੀਨਰ ਨੇ, ਜਿਹੜਾ ਆਇਲਸ ਦਾ ਪੇਪਰ ਲੈਂਦਾ, ਉਹਨੇ ਇਹ ਉੱਤਰ ਲਿਖਿਆ ਹੈਗਾ, ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਮੋਡਲ ਆਨਸਰ ਕੀ ਹੁੰਦਾ। ਤੇ ਐਗਜ਼ਾਮਪਲ ਆਫ ਅ ਵੈਰੀ ਗੁੱਡ ਆਨਸਰ, ਬਹੁਤ ਵਧੀਆ ਉੱਤਰ ਦੀ ਉਦਾਹਰਨ ਆ ਉਹਨਾਂ ਨੇ ਨਾਲ ਇਹ ਵੀ ਕਿਹਾ। ਆਪਣਾ ਜਿਹੜੇ ਰਾਈਟਿੰਗ ਦਾ ਪੇਪਰ ਚੈੱਕ ਕਰਦੇ ਨੇ ਨਾ, ਉਹਨਾਂ ਵੱਲੋਂ ਇਹ ਉੱਤਰ ਲਿਖਿਆ ਗਿਆ। ਇਹ ਵੀ ਪੜ੍ਹਨਾ ਬਹੁਤ ਜ਼ਰੂਰੀ ਸੀ ਸਾਡੇ ਲਈ, ਤਾਂ ਕਿ ਸਾਨੂੰ ਪਤਾ ਲੱਗੇ ਵੀ ਹਾਂ ਉਹਨਾਂ ਨੇ ਕੀ ਲਿਖਿਆ। However, please note that this is just one example out of many possible approaches. ਦੇਖੋ ਬਹੁਤ ਸਾਰੀਆਂ ਅਪਰੋਚਿਸ ਹੋ ਸਕਦੀਆਂ ਅਲੱਗ-ਅਲੱਗ ਤਰੀਕੇ ਦੇ ਨਾਲ, ਜਿਵੇਂ ਆਪਾਂ ਗੱਲ ਕਰ ਰਹੇ ਹਾਂ। ਉਹ ਕਹਿੰਦੇ ਇਹ ਤਾਂ ਉਹਨਾਂ ਸਾਰੀਆਂ ਚੋਂ ਸਿਰਫ ਇੱਕ ਉਦਾਹਰਨ ਆ, ਵੀ ਇਹ ਤੁਸੀਂ ਗੱਲ ਨੋਟ ਕਰ ਲਿਓ, ਪਲੀਜ਼ ਨੋਟ ਦੈਟ। ਉਹਨੇ ਸਪੈਸ਼ਲ ਦੱਸਿਆ ਆਪਾਂ ਨੂੰ। ਲਓ ਜੀ ਆਪਾਂ ਕਰ ਲਿਆ ਨੋਟ। ਹੁਣ ਆਪਾਂ ਦੇਖਦੇ ਹਾਂ ਇਹਦੀ ਇੰਟਰੋ। ਪ੍ਰਸ਼ਨ ਵੀ ਆਪਾਂ ਪੜ੍ਹ ਲਿਆ ਵੀ ਉਹ ਕਹਿੰਦੇ ਐਕਟਰਸ ਨੂੰ, ਪਲੇਅਰਸ ਨੂੰ ਤੇ ਸਿੰਗਰਸ ਨੂੰ ਜ਼ਿਆਦਾ ਮਤਲਬ ਨਜਾਇਜ਼ ਹੀ ਪੈਸੇ ਦਿੱਤੇ ਜਾਂਦੇ ਨੇ, ਵੀ ਉਹ ਤੇ ਆਪਾਂ ਡਿਸਕਸ਼ਨ ਕਰਨੀ ਹੈ, ਐਗਰੀ ਡਿਸਐਗਰੀ। ਤੇ ਆਪਾਂ ਨਾਲ ਇਹ ਵੀ ਦੱਸਣਾ ਵੀ ਹੋਰ ਤੁਸੀਂ ਕਿਹਨੂੰ ਸੋਚਦੇ ਹੋ ਵੀ ਜ਼ਿਆਦਾ ਦਿੱਤੇ ਜਾਣੇ ਚਾਹੀਦੇ ਨੇ। ਇੰਟਰੋ ਸ਼ੁਰੂ ਕਰਦੇ ਹਾਂ। I agree with the view that stars in the entertainment business are usually overpaid. ਦੇਖੋ ਉਹਨਾਂ ਨੇ ਇੰਟਰੋ 'ਚ ਪਹਿਲੀ ਲਾਈਨ 'ਚ ਹੀ ਸਹਿਮਤ ਹੋ ਗਏ, ਕਹਿੰਦੇ ਠੀਕ ਆ ਮੈਂ ਤਾਂ ਵੋਟ ਪਾਤੀ। ਕਹਿੰਦੇ ਮੈਂ ਇਹ ਗੱਲ ਨਾਲ ਸਹਿਮਤ ਹਾਂ ਵੀ ਇੰਟਰਟੇਨਮੈਂਟ ਬਿਜ਼ਨਸ ਵਰਡ ਉਹਨਾਂ ਨੇ ਯੂਜ਼ ਕੀਤਾ, ਵੀ ਇਹਦੇ 'ਚ ਕੀ ਹੁੰਦਾ, ਜਿਹੜੇ ਸਟਾਰਸ ਨੇ ਉਹਨਾਂ ਨੂੰ ਓਵਰਪੇਡ, ਮਤਲਬ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਉਦੋਂ ਜ਼ਿਆਦਾ ਦਿੱਤਾ ਜਾਂਦਾ, ਓਵਰ ਹੋ ਜਾਂਦਾ ਕੰਮ। ਦਿਸ ਇਜ਼ ਟਰੂ ਵੈਦਰ ਵੀ ਆਰ ਕੰਸੀਡਰਿੰਗ ਸਟਾਰਸ ਆਫ ਫਿਲਮ, ਸਪੋਰਟਸ ਔਰ ਪਪੂਲਰ ਮਿਊਜ਼ਿਕ। ਨਾਲ ਉਹਨਾਂ ਨੇ ਇਹ ਵੀ ਦੱਸਤਾ ਵੀ ਇਹ ਗੱਲ ਉੱਥੇ ਵੀ ਲਾਗੂ ਹੁੰਦੀ ਆ, ਚਾਹੇ ਅਸੀਂ ਫਿਲਮ ਸਟਾਰਸ ਲੈ ਲਈਏ, ਚਾਹੇ ਅਸੀਂ ਸਪੋਰਟ ਵਾਲੇ ਲੈ ਲਈਏ ਕੋਈ, ਤੇ ਚਾਹੇ ਪਪੂਲਰ ਮਿਊਜ਼ਿਕ ਹੋਵੇ। And it often seems that the amount of money they are able to earn in a short time cannot possibly be justified by the amount of work they do. ਤੇ ਉਹ ਕਹਿੰਦੇ ਵੀ ਥੋੜੇ ਜਿਹੇ ਸਮੇਂ 'ਚ ਜਿੰਨਾ ਉਹ ਪੈਸਾ ਕਮਾ ਲੈਂਦੇ ਨੇ ਉਹ ਉਹਨਾਂ ਦੇ ਕੰਮ ਦੇ ਹਿਸਾਬ ਨਾਲ ਜਾਇਜ਼ ਨਹੀਂ ਆ, ਵੀ ਜਸਟੀਫਾਈ ਨਹੀਂ ਹੁੰਦਾ ਹਨਾ, ਜਾਇਜ਼ ਨਹੀਂ ਆ। ਜਾਂ ਕਹਿ ਲਓ ਵੀ ਕੰਮ ਤਾਂ ਉਹ ਥੋੜਾ ਹੀ ਕਰਦੇ ਨੇ ਤੇ ਪੈਸਾ ਬਾਹਲਾ ਜ਼ਿਆਦਾ ਕਮਾ ਲੈਂਦੇ ਨੇ ਥੋੜੇ ਜਿਹੇ ਸਮੇਂ 'ਚ ਹੀ। ਇਹ ਤਾਂ ਸੀ ਜੀ ਇਹਨਾਂ ਦੀ ਇੰਟਰੋ। ਉਹ ਤੋਂ ਬਾਅਦ ਆਪਾਂ ਸਿੱਧਾ ਕਨਕਲੂਜਨ ਤੇ ਚੱਲਦੇ ਹਾਂ। In conclusion, I think there may be some reasons why entertainment stars earn high salaries, but overall I agree that they are overpaid. ਕਨਕਲੂਜਨ 'ਚ ਜਾ ਕੇ ਫੇਰ ਉਹਨਾਂ ਨੇ ਸਿੱਟਾ ਕੱਢਤਾ। ਉਹ ਕਹਿੰਦੇ ਵੀ ਮੈਂ ਇਹ ਸੋਚਦਾ ਵੀ ਕੁਝ ਕਾਰਨ ਹੋਣਗੇ ਜਿਨ੍ਹਾਂ ਕਰਕੇ ਜਿਹੜੇ ਐਂਟਰਟੇਨਮੈਂਟ ਸਟਾਰਸ ਨੇ ਇਹਨਾਂ ਨੂੰ ਜ਼ਿਆਦਾ ਸੈਲਰੀ, ਜ਼ਿਆਦਾ ਪੈਸਾ ਮਿਲਦਾ ਗਾ, ਬਟ ਓਵਰਆਲ, ਪਰ ਓਵਰਆਲ ਦਾ ਮਤਲਬ ਹੁੰਦਾ ਕੁੱਲ ਮਿਲਾ ਕੇ, ਪਰ ਕੁੱਲ ਮਿਲਾ ਕੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਜ਼ਿਆਦਾ ਪੈਸਾ ਦਿੱਤਾ ਜਾਂਦਾ, ਓਵਰਪੇਡ, ਦੇ ਆਰ ਓਵਰਪੇਡ। The gaps between their earnings and those of people who work less selfishly for the good of society cannot be justified. ਕਹਿੰਦੇ ਜਿੰਨਾ ਪੈਸਾ ਉਹ ਕਮਾਉਂਦੇ ਨੇ ਤੇ ਜਿੰਨਾ ਪੈਸਾ ਉਹ ਲੋਕ ਕਮਾਉਂਦੇ ਨੇ ਜਿਹੜੇ ਬਿਨਾਂ ਕਿਸੇ ਸਵਾਰਥ ਤੋਂ ਸੁਸਾਇਟੀ ਲਈ ਕੰਮ ਕਰਦੇ ਨੇ, ਸੁਸਾਇਟੀ ਦੇ ਭਲੇ ਲਈ ਚੰਗਾ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਫਰਕ ਹੈ, ਉਹਨਾਂ ਦੀ ਅਰਨਿੰਗਸ ਦੇ ਵਿੱਚ ਜਿਹੜਾ ਫਰਕ ਆ ਉਹ ਜਾਇਜ਼ ਨਹੀਂ ਹੈਗਾ, cannot be justified.
ਵੀ ਉਹ ਬੰਦੇ ਆ ਨਾ ਸੁਸਾਇਟੀ ਦੇ ਨਾਲੇ ਭਲਾ ਕਰ ਰਹੇ ਨੇ, ਗੁੱਡ ਕਰ ਰਹੇ ਨੇ, ਫਿਰ ਵੀ ਜਿਹੜੀ ਉਹਨਾਂ ਦੀ ਤਨਖਾਹ ਹੈ ਉਹ ਬਹੁਤ ਜ਼ਿਆਦਾ ਘੱਟ ਆ ਜਿੰਨਾ ਉਹ ਅਰਨ ਕਰਦੇ ਨੇ। ਪਰ ਜਿਹੜੇ ਸਟਾਰਜ਼ ਨੇ, ਐਂਟਰਟੇਨਮੈਂਟ ਸਟਾਰਜ਼, ਉਹ ਬਹੁਤ ਜ਼ਿਆਦਾ ਕਮਾ ਲੈਂਦੇ ਨੇ। ਸੱਚ ਪ੍ਰੋਫੈਸ਼ਨਲਸ ਸ਼ੁੱਡ ਬੀ ਮਚ ਬੈਟਰ ਐਪਰੀਸ਼ੀਏਟਡ ਐਂਡ ਬੈਟਰ ਪੇਡ। ਹੁਣ ਅਖੀਰ ਤੇ ਉਹ ਕਹਿੰਦੇ ਜਿਹੜੇ ਇਹੋ ਜਿਹੇ ਪ੍ਰੋਫੈਸ਼ਨਲਸ ਨੇ, ਇਹੋ ਜਿਹੇ ਪ੍ਰੋਫੈਸ਼ਨ ਦੇ ਲੋਕ ਨੇ, ਉਹਨਾਂ ਦੀ ਜ਼ਿਆਦਾ ਕਦਰ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਚਾਹੀਦੇ ਆ ਜਿੰਨੇ ਕੁ ਉਹਨਾਂ ਨੂੰ ਮਿਲਦੇ ਆ, ਉਹ ਤੋਂ ਵੱਧ। ਬੈਟਰ ਪੇਡ, ਬੈਟਰ ਐਪਰੀਸ਼ੀਏਟਡ। ਬੈਟਰ ਐਪਰੀਸ਼ੀਏਟਡ, ਐਪਰੀਸ਼ੀਏਟਡ ਮਤਲਬ ਹੁੰਦਾ ਕਦਰ ਕਰਨਾ, ਵੀ ਉਹਨਾਂ ਦੀ ਹੋਰ ਕਦਰ ਹੋਣੀ ਚਾਹੀਦੀ ਆ ਤੇ ਜ਼ਿਆਦਾ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ। ਇਹ ਸੀ ਐਗਜ਼ਾਮੀਨਰ ਦਾ ਕਨਕਲੂਜ਼ਨ। ਹੁਣ ਦੇਖੋ ਆਪਾਂ ਉਹਨਾਂ ਦੀ ਇੰਟਰੋਡਕਸ਼ਨ ਵੀ ਦੇਖ ਲਈ, ਕਨਕਲੂਜ਼ਨ ਵੀ ਦੇਖ ਲਿਆ। ਇਹ ਉਹਨਾਂ ਨੇ ਆਪਾਂ ਨੂੰ ਇੱਕ ਮੋਡਲ ਆਨਸਰ ਲਿਖ ਕੇ ਦਿਖਾਇਆ, ਇੱਕ ਵੈਰੀ ਗੁੱਡ ਆਨਸਰ, ਐਂ ਕਹਿ ਲਓ ਵੀ 8-9 ਬੈਂਡਸ ਵਾਲਾ। ਹੁਣ ਉਹਨਾਂ ਨੇ ਆਪਾਂ ਨੂੰ ਇਹ ਤਾਂ ਦੱਸਿਆ ਤਾਂ ਕਿ ਸਾਨੂੰ ਵੀ ਪਤਾ ਲੱਗ ਜੇ, ਸਾਨੂੰ ਵੀ ਆਈਡੀਆਜ਼ ਹੋ ਜਾਣ, ਅਸੀਂ ਬਿਨਾਂ ਗੱਲ ਤੋਂ ਹੁਣ ਉਲਝੇ ਨਾ ਫਿਰੀਏ, ਗੁੰਮਰਾਹ ਜੇ ਨਾ ਹੋਈਏ, ਸਾਡੀਆਂ ਚੀਜ਼ਾਂ ਦਿਮਾਗ 'ਚ ਕਲੀਅਰ ਹੋਣ, ਤਾਂ ਕਿ ਜਦੋਂ ਵੀ ਪੇਪਰ ਆਵੇ ਆਪਾਂ ਰਾਈਟਿੰਗ ਦੇ ਵਿੱਚ ਕੀ ਲਿਖਣਾ ਉਹ 'ਤੇ ਜ਼ਿਆਦਾ ਫੋਕਸ ਕਰੀਏ, ਕਿਵੇਂ ਲਿਖਣਾ ਇਹ 'ਤੇ ਫੋਕਸ ਘੱਟ ਹੋਵੇ। ਇਹ ਸਾਨੂੰ ਚੀਜ਼ਾਂ ਪਹਿਲਾਂ ਹੀ ਸਮਝ ਆ ਜਾਣ, ਇਹ ਨਾ ਹੋਵੇ ਵੀ ਉੱਥੇ ਹੀ ਸੋਚੀ ਜਾਈਏ ਵੀ ਮੈਂ ਆਹ ਚੀਜ਼ਾਂ ਲਿਖਣੀਆਂ। ਅੱਧੇ ਤਾਂ ਆਪਾਂ ਉਂਗਲਾਂ 'ਤੇ ਹੀ ਸ਼ਬਦ ਹੀ ਗਿਣੀਆਂ ਨੇ ਉਹਨੇ, ਮੈਂ ਅੱਛਾ ਇੰਟਰੋ 'ਚ ਮੈਂ 2 ਸ਼ਬਦ ਯੂਜ਼ ਕਰਤੇ, ਬੋਡੀ ਪੈਰਾਗ੍ਰਾਫ 'ਚ 2 ਯੂਜ਼ ਕਰਨੇ ਆ, ਅਗਲੇ 'ਚ ਮੈਂ ਆਹ ਯਾਦ ਕਰਨੀ ਸੀਗੀ ਲਾਈਨ, ਇਹਨੂੰ ਮੈਂ ਰੱਟਾ ਲਾਇਆ ਹੋਇਆ, ਮੈਂ ਇੱਕ ਆਹ ਮੁਹਾਵਰਾ ਯਾਦ ਕਰ ਰੱਖਿਆ, ਇਹ ਨਾ ਕਿਤੇ ਰਹਿ ਜੇ ਪਾਉਣ ਤੋਂ, ਇਹ ਵੀ ਕਿਤੇ ਨਾ ਕਿਤੇ ਹੈ ਨਾ ਧੱਕੇ ਜੇ ਨਾਲ ਅੜਾਉਣਾ ਗਾ। ਇਹ ਸਾਰੀਆਂ ਚੀਜ਼ਾਂ ਨਾ ਹੋਣ, ਇਸ ਕਰਕੇ ਹੀ ਆਪਾਂ ਨੂੰ ਇਹ ਮੋਡਲ ਆਨਸਰਸ ਲਿਖ ਕੇ ਦਿਖਾਉਂਦੇ ਹੁੰਦੇ ਨੇ। ਅਤੇ ਪਿੱਛੇ ਵੀ ਆਪਾਂ 7 ਤੇ 8 ਬੈਂਡਸ ਵਾਲੇ ਆਨਸਰ ਵੀ ਦੇਖੇ ਨੇ। ਉਮੀਦ ਕਰਦੇ ਹਾਂ ਕਿ ਇਹਨਾਂ ਤੋਂ ਤੁਸੀਂ ਜ਼ਰੂਰ ਕੁਛ ਨਵਾਂ ਸਿੱਖਿਆ ਹੋਊਗਾ। ਕੋਈ ਵੀ ਤੁਹਾਡੇ ਦਿਮਾਗ 'ਚ ਹੋਰ ਡਾਊਟ ਨਹੀਂ ਰਹਿਣਾ ਇੰਟਰੋਡਕਸ਼ਨ ਅਤੇ ਕਨਕਲੂਜ਼ਨ ਨੂੰ ਲੈ ਕੇ। ਜੇ ਫਿਰ ਵੀ ਤੁਹਾਡਾ ਕੋਈ ਸਵਾਲ ਆ ਤਾਂ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛੋ, ਆਪਾਂ ਉਹਦਾ ਵੀ ਹੱਲ ਕਰਾਂਗੇ। ਅਤੇ ਇੱਕ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਵੇ ਤੁਹਾਨੂੰ ਪਤਾ ਲੱਗ ਜੇ, ਤੁਹਾਨੂੰ ਨੋਟੀਫਿਕੇਸ਼ਨ ਆ ਜੇ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।